अरे सांबा जी हजूर, कितने आदमी हैं? सरकार 6 ਤੇ ਇਹਦਾ ਮਤਲਬ ਹੁਣ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਹਨਾਂ ਦੇ ਜ਼ਿਹਨੀ ਤਵਾਜ਼ਨ ਖਰਾਬ ਆ। ਇੱਕ ਅੱਧਾ ਹੋਵੇ ਤਾਂ ਬੰਦਾ ਰੌਲਾ ਪਾ ਹੀ ਦਿੰਦਾ ਵਾ। ਹਾਲੈਂਡ ਦਾ ਤੇ ਕੱਲਾ ਵਜ਼ੀਰ ਆਜ਼ਮ ਸਾਈਕਲ ਤੇ ਆਉਂਦਾ ਨਾ, ਆ ਜਿੱਦਾਂ ਦੇ ਸਾਡੇ ਹਾਲਾਤ ਹੋਏ ਆ ਨਾ, ਪੂਰਾ ਮੁਲਕ ਸਾਈਕਲ ਤੇ ਆਉਣ ਵਾਲਾ ਵਾ। ਇੰਡੀਆ ਵਾਲੇ ਜ਼ਮੀਨ ਦੇ ਥੱਲੇ ਮਾਦਨੀਆਤ ਗੈਸ ਤਲਾਸ਼ ਕਰ ਰਹੇ ਆ। ਅਫਗਾਨਿਸਤਾਨ ਦੇ ਅੰਦਰ ਜ਼ਮੀਨ ਦੇ ਥੱਲੇ ਪੈਟਰੋਲ ਔਰ ਪਾਣੀ ਤਲਾਸ਼ ਕਰ ਰਹੇ ਆ। ਪਾਕਿਸਤਾਨ ਦੇ ਅੰਦਰ ਯੂਥੀਏ ਤੇ ਪਟਵਾਰੀ ਰਾਸ਼ਨ ਵਾਲੀਆਂ ਲਿਸਟਾਂ ਦੇ ਵਿੱਚ ਆਪਣੇ ਨਾਂ ਤਲਾਸ਼ ਕਰ ਰਹੇ ਆ। ਸੋਸ਼ਲ ਮੀਡੀਆ ਦੇ ਬੱਬਰ ਸ਼ੇਰੋ ਤੁਹਾਡਾ ਪ੍ਰੈਸ਼ਰ ਕੰਮ ਕਰ ਗਿਆ ਵਾ। ਵਫਾਕੀ ਵਜ਼ੀਰ ਆਹਦ ਚੀਮਾ ਨੇ ਗਵਰਨਰ ਪੰਜਾਬ ਨੂੰ ਖਤ ਲਿਖ ਦਿੱਤਾ ਵਾ ਕਿ ਮੇਰੇ ਬੱਚਿਆਂ ਦੀ ਫੀਸ ਮਾਫ ਨਾ ਕੀਤੀ ਜਾਵੇ। ਤੇ ਆ ਜਿਹੜਾ 2 ਦਿਨ ਦੇ ਉੱਤੋਂ ਡਿਫੈਂਡ ਕਰਨ ਡਏ ਸੀ, ਆ 2 ਦਿਨ ਦੇ ਉੱਤੋਂ ਬੜੇ ਬੜੇ ਲੋਕ ਜਿਹੜੇ ਤਗੜੇ, ਮੈਂ ਨਾਂ ਨਹੀਂ ਲੈ ਸਕਦਾ, ਟੀਵੀ ਤੇ ਬਹਿ ਕੇ ਉਹਦਾ ਦਫਾ ਕਰਨ ਡਏ ਸੀ ਵੀ ਉਹ ਘਰ ਦਾ ਖਰਚਾ ਨਹੀਂ ਚਲਾ ਸਕਦਾ, ਉਹਦੇ ਹਾਲਾਤ ਇਸ ਤਰ੍ਹਾਂ ਦੇ ਆ। ਉਹ ਹੁਣ ਕੀ ਕਰਨ? ਡੁੱਬ ਕੇ ਹਾਂ ਸਾਰੇ ਮਰ ਜਾ ਡੁੱਬ ਕੇ। 1.5 ਮਹੀਨੇ ਤੋਂ ਜ਼ਿਆਦਾ ਹੋ ਗਿਆ ਇਲੈਕਸ਼ਨ ਹੋਇਆ। 8 ਫਰਵਰੀ ਨੂੰ ਹੋਏ ਸੀਗੇ ਤੇ ਅੱਜ ਮੇਰੇ ਖਿਆਲ ਕੋਈ 27 ਮਾਰਚ ਆ ਗਾਲਬਨ ਲਗਭਗ। ਤੇ 14 ਦਿਨਾਂ ਦੇ ਅੰਦਰ ਅੰਦਰ ਇਲੈਕਸ਼ਨ ਕਮਿਸ਼ਨ ਨੇ ਆਪਣੀ ਵੈਬਸਾਈਟ ਦੇ ਉੱਤੇ ਫਾਰਮ 45 ਜਿਹੜਾ ਨਾ ਅਪਲੋਡ ਕਰਨਾ ਹੁੰਦਾ ਵਾ। ਤੇ ਕੋਈ ਵੀ ਸਿਆਸੀ ਜਮਾਤ ਆਵਾਜ਼ ਨਹੀਂ ਉਠਾਉਣ ਡਈ, ਖਾਸ ਤੌਰ ਤੇ ਸਾਡੀ ਜਮਾਤ। ਲੱਗਦਾ ਪੀਟੀਆਈ ਦੀ ਕਿਆਦਤ ਮਰ ਗਈ ਆ। ਕਮ ਸੇ ਕਮ ਆਵਾਜ਼ ਤੇ ਉਠਾਓ, ਪਤਾ ਤੁਹਾਨੂੰ ਜੋ ਵੀ ਹੋਇਆ ਵਾ। ਉਹ ਇਲੈਕਸ਼ਨ ਕਮਿਸ਼ਨ ਦੇ ਅੱਗੇ ਰੌਲਾ ਪਾਓਗੇ ਭਾਈ, ਆਪਣੀ ਵੈਬਸਾਈਟ ਦੇ ਉੱਤੇ ਜਿਹੜਾ ਫਾਰਮ 45 ਇਹਨੂੰ ਅਪਲੋਡ ਕਰ, ਜਾਂ ਇਹ ਵੀ ਅਸੀਂ ਕਰਨਾ ਵਾ। ਕੋਈ ਖੌਫੇ ਖੁਦਾ ਖਾ ਲੋ, ਸਾਰੇ ਆਪਣੇ ਗੱਡੀਆਂ ਦੇ ਵਿੱਚ ਬਹਿ ਕੇ ਮਜ਼ੇ ਲੈਣ ਡਏ ਆ।